ਹਾਲੇਲੂਇਆ ਪ੍ਰੇਜ਼ ਦ ਲਾਰਡ। ਪ੍ਰਭੂ ਦਾ ਧੰਨਵਾਦ ਹੋ ਪ੍ਰਭੂ ਦੇ ਪਵਿੱਤਰ ਔਰ ਸਾਮਰਥੀ ਵਚਨ ਦੇ ਲਈ। ਅੱਜ ਦੇ ਵਚਨ ਦੇ ਲਈ ਅਸੀਂ ਮੱਤੀ ਦੀ ਅੰਜੀਲ ਉਸ ਦਾ 17 ਅਧਿਆਇ ਉਸ ਦਾ 24 ਵਚਨ ਤੋਂ ਲੈ ਕੇ 27 ਵਚਨ ਤੱਕ ਪੜਾਂਗੇ। ਇੱਧਰ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ, ਜਾਂ ਉਹ ਕਫਰਨਾਹੂਮ ਵਿੱਚ ਆਏ ਤਾਂ ਅਠੰਨੀ ਅਗਰਾਉਣ ਵਾਲਿਆਂ ਨੇ ਪਤਰਸ ਦੇ ਕੋਲ ਆਣ ਕੇ ਕਿਹਾ, ਕੀ ਤੁਹਾਡਾ ਗੁਰੂ ਅਠਾਨੀ ਨਹੀਂ ਦਿੰਦਾ? ਉਹਨੇ ਕਿਹਾ, ਹਾਂ ਦਿੰਦਾ ਹੈ। ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮੌਨ ਤੂੰ ਕੀ ਸਮਝਦਾ ਹੈ? ਜੋ ਧਰਤੀ ਦੇ ਰਾਜੇ ਕਿਹਨਾਂ ਤੋਂ ਕਰ ਜਾਂ ਮਹਿਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ? ਜਦ ਉਹ ਬੋਲਿਆ, ਪਰਾਇਆਂ ਤੋਂ, ਤਦ ਯਿਸੂ ਨੇ ਉਹਨੂੰ ਆਖਿਆ, ਫਿਰ ਪੁੱਤਰ ਤਾਂ ਮਾਫ ਹੋਏ। ਪਰ ਇਸ ਲਈ ਜੋ ਅਸੀਂ ਉਹਨਾਂ ਨੂੰ ਠੋਕਰ ਨਾ ਖਵਾਈਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ, ਅਰ ਜੋ ਮੱਛੀ ਪਹਿਲਾਂ ਨਿਕਲੇ ਉਹਨੂੰ ਚੁੱਕ, ਅਤੇ ਤੂੰ ਉਹਦਾ ਮੂੰਹ ਖੋਲ ਕੇ 1 ਰੁਪਈਆ ਪਾਏਗਾ। ਸੋ ਉਹਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਹਨਾਂ ਨੂੰ ਦੇ ਦੇਵੀਂ। ਤੋ ਇੱਧਰ ਅਸੀਂ ਪੜ੍ਹਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਪ੍ਰਭੂ ਯਿਸੂ ਮਸੀਹ ਜੋ ਸ੍ਰਿਸ਼ਟੀਕਰਤਾ ਪਰਮੇਸ਼ਵਰ ਇੱਧਰ ਮਨੁੱਖ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਪਰ ਚੱਲ ਰਿਹਾ ਹੈ। ਆਪਣੀ ਸਾਮਰਥ ਨੂੰ ਪਹਿਲੀ ਵਾਰ ਇੱਧਰ ਉਹ ਇਸਤੇਮਾਲ ਕਰ ਰਿਹਾ ਹੈ। ਇਸ ਅਦਭੁਤ ਕੰਮ ਦੇ ਦੁਆਰਾ ਜਦ ਅਸੀਂ ਵੇਖਦੇ ਹਾਂ, ਇਹ ਜੋ ਟੈਕਸ ਹੈ, ਇਹ ਟੈਕਸ ਉਹ ਟੈਕਸ ਨਹੀਂ ਆ ਜੋ ਯਹੂਦੀਆਂ ਤੋਂ ਰੋਮੀ ਸਰਕਾਰ ਜ਼ਬਰਦਸਤੀ ਉਗਰਾਉਂਦੇ ਸੀ, ਬਲਕਿ ਇਹ ਮੰਦਰ ਦਾ ਉਹ ਟੈਕਸ ਹੈ ਜੋ ਹਰ ਇੱਕ ਯਹੂਦੀ ਲਗਾਤਾਰ ਆਪਣੀ ਭਗਤੀ ਭੈ ਦੇ ਨਾਲ, ਆਪਣੀ ਮਰਜ਼ੀ ਨਾਲ ਦਿੰਦਾ ਸੀ, ਤਾਂ ਜੋ ਪਰਮੇਸ਼ਰ ਦੇ ਮੰਦਰ ਦਾ ਰੱਖ ਰਖਾਵ ਔਰ ਜਾਜਕਾਈ ਦੀ ਸੇਵਾ ਦਾ ਅੱਛਾ ਪ੍ਰਬੰਧ ਹੋ ਸਕੇ। ਕਿਉਂ ਜੋ ਇਹ ਯਹੂਦੀਆਂ ਦਾ ਜੋ ਮੰਦਰ ਯਰੂਸ਼ਲਮ ਦੇ ਵਿੱਚ ਸੀ, ਔਰ ਇੱਥੇ ਯਹੂਦੀ ਹਰ ਇਲਾਕੇ ਵਿੱਚੋਂ ਆਉਂਦੇ ਸਨ ਅਤੇ ਪਰਮੇਸ਼ਰ ਦੀ ਆਰਾਧਨਾ ਕਰਦੇ ਅਤੇ ਆਪਣੀਆਂ ਬਲੀਆਂ ਚੜਾਉਂਦੇ ਸਨ। ਇਸ ਲਈ ਸਾਰੇ ਯਹੂਦੀਆਂ ਦੇ ਵੱਲੋਂ ਲਗਾਤਾਰ ਟੈਕਸ ਦਿੱਤਾ ਜਾਂਦਾ ਸੀ, ਔਰ ਯਹੂਦੀ ਯਾਜਕ ਇਸ ਟੈਕਸ ਨੂੰ ਮੰਦਰ ਦੀ ਦੇਖਭਾਲ ਦੇ ਲਈ ਔਰ ਮੰਦਰ ਦੇ ਬਕਾਇਦਾ ਸਾਰੇ ਖਰਚਿਆਂ ਦੇ ਲਈ ਇਸਤੇਮਾਲ ਕਰਦੇ ਸਨ। ਔਰ ਇੱਧਰ ਅਸੀਂ ਵੇਖਦੇ ਹਾਂ, ਇਹ ਯਹੂਦੀ ਜੋ ਟੈਕਸ ਦਿੰਦੇ ਆ, ਸਾਰੇ ਯਹੂਦੀਆਂ ਨੂੰ ਜਿਹੜੇ ਗਿਣਤੀ ਦੇ ਵਿੱਚ 20 ਸਾਲ ਤੋਂ ਉੱਪਰ ਆ, ਉਹਨਾਂ ਨੂੰ ਅੱਧਾ ਸ਼ਕੇਲ ਟੈਕਸ ਦੇਣਾ ਆ। ਇਹ ਮੰਦਰ ਦਾ ਟੈਕਸ ਹੈ। ਇਹ ਟੈਕਸ ਕੂਚ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਉਸ ਦਾ 30 ਅਧਿਆਏ ਉਸ ਦਾ 11 ਔਰ 14 ਵਚਨ, 11 ਵਚਨ ਤੋਂ ਲੈ ਕੇ 14 ਵਚਨ ਤੱਕ ਪੜ੍ਹਦੇ ਹਾਂ, ਤਾਂ ਉਧਰ ਜਦ ਇਸਰਾਏਲੀ ਮਰੂਭੂਮੀ ਦੇ ਵਿੱਚ ਆ, ਉਧਰ ਜੰਗਲ ਬਿਆਬਾਨ ਵਿੱਚ ਚੱਲ ਰਹੇ ਆ, ਤਦ ਪਰਮੇਸ਼ਵਰ ਨੇ ਆਪਣੇ ਦਾਸ ਮੂਸਾ ਨੂੰ ਬੋਲਿਆ, ਆਪਣੀ ਛਡੌਤੀ ਦੇ ਲਈ, ਆਪਣੇ ਛੁਟਕਾਰੇ ਦੇ ਲਈ ਹਰ ਯਹੂਦੀ ਜੋ 20 ਸਾਲ ਤੋਂ ਉੱਪਰ ਹੈ, ਉਹ ਅੱਧਾ ਸ਼ਕੇਲ ਜੋ ਟੈਕਸ ਹੈ ਉਹ ਦੇਵੇ। ਜੋ ਅਮੀਰ ਵਿਅਕਤੀ ਜਾਂ ਧਨੀ ਵਿਅਕਤੀ ਜਿਸ ਦੇ ਕੋਲ ਜ਼ਿਆਦਾ ਹੈ, ਉਹ ਅੱਧਾ ਸ਼ਕੇਲ ਤੋਂ ਜ਼ਿਆਦਾ ਦੇਵੇ, ਪਰ ਜੋ ਗਰੀਬ ਹੈ ਉਹ ਅੱਧਾ ਸ਼ਕੇਲ ਤੋਂ ਘੱਟ ਨਾ ਦੇਵੇ। ਤੋ ਇਸ ਲਈ ਇਹ ਟੈਕਸ ਯਹੂਦੀ ਆਪਣੀ ਇੱਛਾ, ਆਪਣੀ ਮਰਜ਼ੀ, ਆਪਣੇ ਭਗਤੀ ਭਾਵ ਦੇ ਨਾਲ ਦਿੰਦੇ ਸਨ। ਜੋ ਰੋਮੀਆਂ ਦੇ ਦੁਆਰਾ ਜਬਰਨ ਯਹੂਦੀਆਂ ਤੋਂ ਟੈਕਸ ਗੁਰਾਇਆ ਜਾਂਦਾ ਸੀ, ਉਹ ਇੱਕ ਵੱਖਰਾ ਟੈਕਸ ਸੀ। ਜਿਸ ਤਰ੍ਹਾਂ ਸੰਤ ਮਤੀ ਪ੍ਰਭੂ ਦੇ ਦਾਸ, ਉਹ ਯਹੂਦੀਆਂ ਤੋਂ ਜ਼ਬਰਦਸਤੀ ਟੈਕਸ ਲੈਣ ਵਾਲਾ ਟੈਕਸ ਦਾ ਕੰਮ ਕਰਦੇ ਸਨ। ਜਿਸ ਸਮੇਂ ਉਹ ਪ੍ਰਭੂ ਦੇ ਪਿੱਛੇ ਨਹੀਂ ਚੱਲਦੇ ਸਨ। ਤੋ ਅੱਗੇ ਇੱਧਰ ਅਸੀਂ ਵੇਖਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਪਤਰਸ ਦੇ ਕੋਲ ਜਦ ਟੈਕਸ ਲੈਣ ਵਾਲੇ ਆ ਰਹੇ ਆ,
तद पतरस तो उन्होंने पूछया कि की तेरा गुरु टैक्स दिंदा है? तो पतरस ने उन्होंने जवाब दिता या बोलिया या हाँ दिंदा है। ये क्यों बोलिया है? पतरस ने इस तरह करके जवाब क्यों दिता है? क्योंकि पतरस नूं ये लगदा आ कि सानू टैक्स देना चाहिए है। यीशु ने पतरस नूं बोलिया कि पुत्रा नूं टैक्स देने की कोई लोड़ नहीं है। पुत्रा तो प्रभु यीशु मसीह का की अर्थ है? वो परमेश्वर के सच्चे पुत्र, यानी कि वो जिहड़े मसीह प्रभु यीशु मसीह दे विच विश्वास करते हैं। साधारण तौर पर संसारिक जो राजे है अपने बच्चों तो टैक्स नहीं लेंदे सन, इसलिए यहूदियों के आगुआं नूं ये चाहिए आ कि वो परमेश्वर के पुत्रों तो टैक्स ना लैण, यानी कि प्रभु यीशु मसीह अते उसके चेलियां तो टैक्स नहीं लेना चाहिए है। फिर भी प्रभु यीशु मसीह जिहड़े विश्वासी आ वो परमेश्वर के पुत्र आ। प्रभु यीशु मसीह के कहने का अर्थ की है? जो विश्वासी आ, जो परमेश्वर उत्ते भरोसा करते आ, जो प्रभु यीशु मसीह के उत्ते भरोसा करते आ, उन्होंने टैक्स क्यों नहीं देना चाहिए? इसलिए उन्होंने मंदिर का टैक्स इसलिए नहीं देना चाहिए क्योंकि वो खुद एक नवा मंदिर बन गए हैं। इसलिए आराधना करना, उन्होंने मंदिर दे विच जाना और जाके आराधना करना ज़रूरी नहीं है। क्यों? क्योंकि यीशु मसीह दे आउण तो पहला पापां दे लई मंदिर दे विच कुर्बानी देना जरूरी हुंदा सी, पर प्रभु यीशु मसीह दे आउण तो बाद किसी तरह का बलिदान देना जरूरी नहीं है। प्रभु यीशु मसीह दे आउण तो बाद यहूदियों के पुराने मंदिर का इन्ना ज़्यादा कोई महत्व नहीं है। क्यों? क्योंकि मंदिर तो वड्डा एक ऐसा व्यक्ति आ चुका है, वो है प्रभु यीशु मसीह जो खुद परमेश्वर है। असल विच वास्तव विच असीं वेखीए तो विश्वासी खुद एक नवा इसराइल है, अपने आप विच एक नवा मंदिर है, नवे मंदिर के रूप दे विच है। इसलिए प्रभु के वचन दे विचों जद असीं पहला कुरंथिया उसका 3 अध्याय उसका 16 और 17 वचन वेखते हाँ तो उधर लिखिया कि तुसी नहीं जानते हो कि तुसी परमेश्वर का मंदिर हो और परमेश्वर का आत्मा तुहाडे विच वास करता है। इसी तरह अफसियाँ असी उसका 2 अध्याय 21 और 22 वचन विच पढ़ते हैं। इसलिए यीशु ने पतरस नूं कहा साडे लई टैक्स देना ज़रूरी नहीं है। उसके कहने का मतलब की है कि टैक्स देना यहूदियों के लिए हुण ज़्यादा ज़रूरी क्यों नहीं है? क्योंकि जो यहूदी और जो गैर विश्वासी जो प्रभु यीशु मसीह ते भरोसा करते हैं, जो विश्वास करते हैं, वो खुद एक नवा मंदिर हैं, वो खुद एक नवी इसराइल हैं। इसलिए उन्होंने टैक्स देने की ज़रूरत नहीं है क्योंकि वो राजे के पुत्र हैं। राजा प्रभु यीशु मसीह स्वर्गीय पिता वो एक राजे के पुत्र हैं और राजे के पुत्रां नूं टैक्स देना ज़रूरी नहीं है। सो फिर भी भावें कुछ भी सी प्रभु यीशु मसीह ने पतरस नूं कहा कि वो ज़रूर टैक्स देवे तां जो वो साडे उत्ते कोई दोष ना लाउण, जबकि उन्होंने टैक्स देने की कोई ज़रूरत नहीं सी। प्रभु यीशु मसीह अते पतरस ने फिर भी वो टैक्स दिता तां जो यहूदियों नूं बोलण का कोई मौका ना मिले, ताकि प्रभु यीशु मसीह तो वो ठोकर ना खाण। इसलिए प्रभु यीशु मसीह ने वो अद्धा शकेल जो टैक्स यहूदी देंदे सन पतरस नूं बोलिया। इधर असीं वेखदे हां अद्धा शकेल टैक्स जो यहूदियों नूं देना बनदा आ और वो अपने भगती भाव नाल दिंदे है। पर पतरस नूं प्रभु यीशु मसीह ने एक सिक्का देने बारे बोलिया है
ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਸਮੇਂ ਅੱਧਾ ਸਕੇਲ ਦਾ ਸਿੱਕਾ ਨਹੀਂ ਆ। ਜਦ ਅਸੀਂ ਵੇਖਦੇ ਹਾਂ ਕੂਚ ਔਰ ਉਸਦਾ 30 ਅਧਿਆਏ, ਉਸ ਸਮੇਂ ਅੱਧਾ ਸ਼ਕੇਲ ਦਾ ਜੋ ਸਿੱਕਾ ਸੀ, ਪਰ ਪ੍ਰਭੂ ਯਿਸੂ ਮਸੀਹ ਦੇ ਸਮੇਂ ਇੱਧਰ ਅੱਧਾ ਸ਼ਕੇਲ ਸਿੱਕਾ ਨਹੀਂ ਆ। ਇਸ ਲਈ ਯਹੂਦੀ ਲੋਕ ਦੋ ਮਨੁੱਖ ਇਕੱਠੇ ਹੋ ਕੇ ਆਪਣੇ ਲਈ ਇੱਕ ਸਕੇਲ ਚੜਾਉਂਦੇ ਸਨ। ਟੈਕਸ ਦੇਣ ਦੇ ਲਈ ਦੋ ਯਹੂਦੀ ਇਕੱਠੇ ਉਧਰ ਹੋ ਕੇ ਟੈਕਸ ਦਿੰਦੇ ਆ, ਤਾਂ ਕਿ ਅੱਧਾ ਇੱਕ ਵਿਅਕਤੀ ਸ਼ਕੇਲ ਚੜਾਉਂਦਾ ਹੈ ਔਰ ਅੱਧਾ ਇੱਕ ਸ਼ਕੇਲ, ਮਿਲ ਕੇ ਦੋਵੇਂ ਦੋ ਇੱਕ ਸਕੇਲ ਚੜਾਉਂਦੇ ਆ। ਤੋ ਪ੍ਰਭੂ ਯਿਸੂ ਮਸੀਹ ਸੁਰਗੀ ਪਿਤਾ ਜੋ ਸਾਡੇ ਅੰਦਰ ਸਾਡੇ ਮਨ ਦੀਆਂ ਗੁਪਤ ਗੱਲਾਂ ਨੂੰ ਵੀ ਜਾਣਦਾ ਹੈ, ਕਿਸ ਤਰ੍ਹਾਂ ਪਰਮੇਸ਼ਵਰ ਨੇ ਪਤਰਸ ਨੂੰ ਇਸ ਕੰਮ ਦੇ ਲਈ ਚੁਣਿਆ ਹੈ। ਪਤਰਸ ਜੋ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਤੋਂ ਪਹਿਲਾਂ ਇੱਕ ਮਛੁਆਰਾ ਆ, ਮੱਛੀਆਂ ਫੜਨ ਵਾਲਾ ਆ, ਪ੍ਰਭੂ ਨੇ ਉਸ ਦੇ ਕੰਮ ਨੂੰ ਆਦਰ ਦਿੰਦੇ ਹੋਏ ਉਸ ਨੂੰ ਉਹ ਕੰਮ ਸੌਂਪਿਆ ਆ ਜਿਸ ਦੇ ਵਿੱਚ ਉਸ ਨੂੰ ਮੁਹਾਰਤ ਹਾਸਲ ਹੈ। ਪ੍ਰਭੂ ਯੋਗਤਾ ਦੇ ਅਨੁਸਾਰ ਹੀ ਜ਼ਿੰਮੇਵਾਰੀ ਸੌਂਪਦਾ ਹੈ। ਬੇਸ਼ੱਕ ਸਾਡੇ ਜੀਵਨ ਵਿੱਚ ਬਹੁਤ ਕਮੀਆਂ ਆ, ਫਿਰ ਵੀ ਪਰਮੇਸ਼ਰ ਪਤਰਸ ਦੀ ਤਰ੍ਹਾਂ ਜੋ ਸਾਨੂੰ ਜ਼ਿੰਮੇਵਾਰੀ ਸੌਂਪੇਗਾ ਉਸ ਵਿੱਚ ਸਾਨੂੰ ਮੁਹਾਰਤ ਹਾਸਲ ਚਾਹੀਦੀ ਹੈ। ਅਸੀਂ ਵੇਖਦੇ ਹਾਂ ਸਾਨੂੰ ਪਰਮੇਸ਼ਰ ਨੇ ਅਲੱਗ-ਅਲੱਗ ਜਦ ਜ਼ਿੰਮੇਵਾਰੀਆਂ ਦਿੱਤੀਆਂ ਆ, ਤਾਂ ਸਾਨੂੰ ਚਾਹੀਦਾ ਆ ਅਸੀਂ ਉਸ ਕੰਮ ਵਿੱਚ ਮੁਹਾਰਤ ਬਣੀਏ। ਪਰਮੇਸ਼ਰ ਨੇ ਕਿਸ ਤਰ੍ਹਾਂ ਪਤਰਸ ਦੇ ਉਸ ਕੰਮ ਨੂੰ ਇਸਤੇਮਾਲ ਕੀਤਾ, ਉਸ ਦੀ ਮੁਹਾਰਤ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ। ਤਾਂ ਪ੍ਰਭੂ ਦੇ ਇਸ ਵਚਨ ਦੇ ਪੜ੍ਹੇ ਔਰ ਸੁਣੇ ਜਾਣ ਦੇ ਲਈ ਆਪ ਸਭਨਾਂ ਨੂੰ ਪਰਮੇਸ਼ਰ ਆਸ਼ੀਸ਼ ਦੇਵੇ।